ਕ੍ਰੇਟ ਆਲੂ ਪੱਟਣ ਦਾ ਸਭ ਤੋਂ ਵਧੀਆ ਤਰੀਕਾ ਕੀ? ਵੈਰੀ ਗੁੱਡ। ਦੇਖੋ ਆ तमाम ਜ਼ਿੰਮੇਦਾਰ ਜਿਹੜੇ ਆਲੂ ਕਾਸ਼ ਕਰਦੇ ਨੇ, ਜਿਨ੍ਹਾਂ ਨੇ ਕ੍ਰੇਟ ਕਾਸ਼ ਕੀਤੇ ਨੇ, ਖਾਸ ਤੌਰ ਤੇ ਆਰਾਮ ਨਾਲ ਬਹਿ ਕੇ ਤੇ ਵੀਡੀਓ ਮੁਕੰਮਲ ਸੁਣਨੀ ਹੈ। ਇਨਸ਼ਾਅੱਲਾ ਤਾਲਾ ਇਹ ਵੀਡੀਓ ਤੁਹਾਡਾ ਲੱਖਾਂ ਰੁਪਏ ਦਾ ਜਿਹੜਾ ਨਾ ਨੁਕਸਾਨ ਬਚਾਵੇਗੀ। ਦੇਖੋ ਕ੍ਰੇਟ ਜਿਹੜਾ ਆਲੂ ਹੁੰਦਾ ਨਾ ਬੜਾ ਸੈਂਸਿਟਿਵ ਹੁੰਦਾ ਹੈ ਔਰ ਬੜੀ ਮਹਿੰਗੀ ਆਈਟਮ ਹੁੰਦੀ ਹੈ। ਤਕਰੀਬਨ ਜਿਹੜਾ ਨਾ ਅਸੀਂ ਜਿਸ ਤਰ੍ਹਾਂ ਦੇ ਹਾਲਾਤ ਸਨ, ਬਹੁਤ ਜ਼ਿਆਦਾ ਬਿਮਾਰੀਆਂ, ਲੇਟ ਬਲਾਈਟ ਦਾ ਜਿਹੜਾ ਬਹੁਤ ਜ਼ਿਆਦਾ ਇਸ਼ੂ ਆਇਆ ਔਰ ਸੀਡ ਵੀ ਬਲੈਕ ਦੇ ਵਿੱਚ ਜਿਹੜਾ ਨਾ ਬਲੈਕ ਮਾਫੀਆ ਨੇ ਵੇਚੇ ਨੇ। ਇਨਸ਼ਾਅੱਲਾ ਤਾਲਾ ਇਹ ਵੀ ਮਸਲਾ ਇਸ ਦਫਾ ਹੱਲ ਹੋ ਜਾਏਗਾ। ਮੈਂ ਪਹਿਲੇ ਤੋਂ ਅਨਾਉਂਸ ਕੀਤਾ ਹੈ ਔਰ ਆਂਦੇ ਜੂਨ ਦੇ ਵਿੱਚ, ਇਹ ਜੂਨ ਜਿਹੜਾ ਆ ਰਿਹਾ, ਇਨਸ਼ਾਅੱਲਾ ਤਾਲਾ ਬੁਕਿੰਗ ਸਟਾਰਟ ਕਰਨ ਲੱਗੇ ਔਰ ਫਾਰਮਰ ਨੂੰ ਵਧੀਆ ਰੇਟ ਦੇ ਉੱਤੇ ਕ੍ਰੇਟ ਮਿਲੇਗਾ ਇਨਸ਼ਾਅੱਲਾ ਤਾਲਾ ਪੂਰੇ ਪਾਕਿਸਤਾਨ ਦੇ ਵਿੱਚ। ਬਹਰਹਾਲ ਇਹ ਜੋ ਫਾਰਮਰ ਦੇ ਨਾਲ ਗੁਜ਼ਰੀ, ਜਿਹੜੀਆਂ ਜੋ ਹਾਲਾਤ ਦੇ ਵਿੱਚ ਗੁਜ਼ਰਿਆ ਹੈ, ਦੋ ਚੀਜ਼ਾਂ ਨੇ। ਇੱਕ ਤਾਂ ਪੈਦਾਵਾਰ ਵੀ ਪੂਰੀ ਨਹੀਂ ਆ ਰਹੀ। ਪੈਦਾਵਾਰ ਪੂਰੀ ਤਾਂ ਹੁੰਦੀ ਸੀ ਜੇ ਮੌਸਮ ਹੀ ਉਹਨੂੰ ਪੂਰਾ ਅੱਛਾ ਮਿਲਦਾ। ਮੌਸਮ ਠੀਕ ਹੀ ਗੁਜ਼ਾਰਾ ਮਿਲ ਗਿਆ, ਲੇਕਿਨ ਜਿਹੜਾ ਨਾ ਉਹਦੇ ਬਿਮਾਰੀ ਦਾ ਕੰਟਰੋਲ ਨਹੀਂ ਹੋਇਆ। ਬਿਮਾਰੀ ਦਾ ਕੰਟਰੋਲ ਬੜਾ ਮੁਸ਼ਕਲ ਰਿਹਾ ਹੈ। ਤੇ ਹੁਣ ਜਿਹੜਾ ਨਾ ਹੁਣ ਟਾਈਮ ਆ ਗਿਆ ਕ੍ਰੇਟ ਦੀ ਪਟਾਈ ਦਾ। ਦੇਖੋ ਪਟਾਈ ਦੇ ਟਾਈਮ ਤੇ ਪਿੱਛੇ ਤਾਂ ਜੋ ਹੋ ਗਿਆ ਹੋ ਗਿਆ। ਹੁਣ ਪਟਾਈ ਦੇ ਟਾਈਮ ਤੇ ਉਹਨੂੰ ਅਸੀਂ ਕੀ ਕਰਨਾ ਹੈ, ਕਿਸ ਤਰੀਕੇ ਨਾਲ ਪਟਣਾ ਹੈ, ਕਿਸ ਟਾਈਮ ਪਟਣਾ ਹੈ, ਕਿਸ ਤਰ੍ਹਾਂ ਰੱਖਣਾ ਹੈ, ਕਿਸ ਤਰ੍ਹਾਂ ਪੈਕ ਕਰਨਾ ਔਰ ਕਿਸ ਤਰ੍ਹਾਂ ਸਟੋਰ ਭੇਜਣਾ ਹੈ, ਇਹ ਸਾਰੇ ਸਵਾਲਾਤ ਨੇ ਜਿਹੜੇ ਅੱਜ ਸਾਡੇ ਸਾਹਮਣੇ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਤੁਹਾਡੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਵੱਤਰ ਮੁਨਾਸਬ ਹੋਣਾ ਚਾਹੀਦਾ। ਮੁਨਾਸਬ ਦਾ ਮਤਲਬ ਨਾ ਵੱਤਰ ਘੱਟ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਹੋਣਾ ਚਾਹੀਦਾ। ਅਗਰ ਵੱਤਰ ਘੱਟ ਹੋਏਗਾ ਤੇ ਫਿਰ ਵੀ ਆਲੂ ਦੇ ਖਰਾਬ ਹੋਣ ਦਾ ਖਦਸ਼ਾ ਹੈ। ਅਗਰ ਵੱਤਰ ਜ਼ਿਆਦਾ ਹੋਏਗਾ ਤੇ ਫਿਰ ਵੀ ਪਟਾਈ ਤੋਂ ਬਾਅਦ ਆਲੂ ਦੇ ਖਰਾਬ ਹੋਣ ਦਾ ਖਦਸ਼ਾ ਹੈ। ਵੱਤਰ ਜਿਹੜਾ ਨਾ ਉਹ ਮੁਨਾਸਬ ਹੋਣਾ ਚਾਹੀਦਾ। ਯਾਨੀ ਅਸੀਂ ਇਹ ਕਹਿ ਸਕਨੇ ਆਮ ਲਫ਼ਜ਼ਾਂ ਦੇ ਵਿੱਚ ਕਿ ਸਾਡਾ ਜਿਹੜਾ ਤਕਰੀਬਨ 45-50% ਵੱਤਰ ਹੋਣਾ ਚਾਹੀਦਾ। ਔਰ ਦੂਸਰੀ ਗੱਲ ਇਹ ਹੈ ਕਿ ਉਹਦਾ ਪਟਾਈ ਦਾ ਟਾਈਮ ਜਿਹੜਾ ਹੁੰਦਾ ਬਿਲਕੁਲ ਸੂਰਜ ਨਿਕਲਣ ਤੋਂ ਪਹਿਲੇ ਹੋਣਾ ਚਾਹੀਦਾ। ਅਗਰ ਤੁਸੀਂ ਪਰਫੈਕਟ ਤਰੀਕੇ ਨਾਲ ਜਿਹੜਾ ਸਹੀ ਤਰੀਕਾ ਜੈਨੂਇਨ ਉਹਦੇ ਚਾਲੂ ਪੱਟੋ ਤੇ ਤੁਹਾਡੀ ਜਿਹੜੀ ਪਟਾਈ ਔਰ ਉਹਦੀ ਕਲੈਕਸ਼ਨ, ਉਹਨੂੰ ਇਕੱਠਾ ਕਰਨਾ, ਸਾਰਾ ਇਹ ਕੰਮ ਤੁਹਾਡਾ ਸੂਰਜ ਨਿਕਲਣ ਤੋਂ ਪਹਿਲੇ ਹੋਣਾ ਚਾਹੀਦਾ। ਬੇਸ਼ੱਕ ਤੁਸੀਂ 2-4 ਬੰਦੇ ਜ਼ਿਆਦਾ ਲਾਓ, ਜ਼ਿਆਦਾ ਪੈਸੇ ਭਰੋ, ਕੋਈ ਗੱਲ ਨਹੀਂ, ਇੰਨੀ ਜ਼ਿਆਦਾ ਇਨਵੈਸਟਮੈਂਟ ਕਰ ਲਈਏ। ਹੁਣ 12-14 ਹਜ਼ਾਰ ਰੁਪਏ ਦਾ ਇੱਕ ਤੋੜਾ ਹੈ, ਉਹਨੂੰ ਅਸੀਂ ਹੁਣ ਜ਼ਾਇਆ ਨਹੀਂ ਕਰ ਸਕਦੇ 1000 ਰੁਪਇਆ ਮਜ਼ਦੂਰ ਦੀ ਮਜ਼ਦੂਰੀ ਬਚਾਉਣ ਦੀ ਖਾਤਰ। ਉਹਦੇ ਵਿੱਚ 10 ਬੰਦੇ ਲੱਗਦੇ ਨੇ ਤੇ 15 ਬੰਦੇ ਲਾਓ, ਕੋਈ ਗੱਲ ਨਹੀਂ ਹੈਗੀ। 5000 ਰੁਪਏ ਦੀ ਕੋਈ ਔਕਾਤ ਨਹੀਂ ਹੈਗੀ ਕ੍ਰੇਟ ਦੀ ਕੀਮਤ ਦੇ ਮੁਤਾਬਕ। ਬੰਦੇ ਜ਼ਿਆਦਾ ਲਾਓ, 5 ਤੋਂ 5:15 ਵਜੇ ਤੁਹਾਡੀ ਲੇਬਰ ਜਿਹੜੀ ਲੱਗ ਪਵੇ ਔਰ 7 ਵਜੇ ਤੋਂ ਪਹਿਲੇ ਉਹਦੀ ਪਟਾਈ ਹੋ ਜਾਵੇ। ਜਿਵੇਂ ਪਟਾਈ ਹੋਵੇ ਉਵੇਂ ਨਾਲ ਜਿਹੜਾ ਪਟਸਨ ਦੀਆਂ ਬੋਰੀਆਂ ਚ ਪੈਂਦਾ ਜਾਏ, ਨਾਲੋਂ ਪਟਸਨ ਦੀਆਂ ਬੋਰੀਆਂ ਚ ਪੈਂਦਾ ਜਾਏ ਔਰ ਉੱਤੋਂ ਪਟਸਨ ਦੀ ਬੋਰੀ ਕਵਰ ਕਰ ਲਈ ਜਾਏ, ਤਾਂ ਕਿ ਇਹ ਵੀ ਹੋ ਸਕਦਾ ਕਿ ਥੋੜੀ ਬਹੁਤ ਧੁੱਪ ਜਿਹੜੀ ਸੂਰਜ ਨਿਕਲ ਆਏ ਜਿਸ ਟਾਈਮ ਤੁਸੀਂ ਜਿਹੜਾ ਨਾ ਉਹ ਤੁਸੀਂ ਲੋਡਿੰਗ ਕਰਨੀ ਜਾਂ ਮਾਲ ਜ਼ਮੀਨ ਚੋਂ ਬਾਹਰ ਕੱਢਣਾ ਹੈ। ਹੋ ਸਕਦਾ ਹੈ ਕਿ ਥੋੜੀ ਬਹੁਤ ਸੂਰਜ ਦੀ ਰੋਸ਼ਨੀ ਆ ਜਾਏ ਔਰ ਉਹਦਾ ਵੀ ਇਫੈਕਟ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਔਰ ਨਾ ਅਸੀਂ ਉਹਦੇ ਤੋਂ ਵੀ ਬਚਣਾ ਹੈ। ਔਰ ਤੀਸਰੀ ਚੀਜ਼ ਇਹ ਹੈ ਪਟਾਈ ਦਾ ਤਰੀਕਾ। ਪਟਾਈ ਦੇ ਤਰੀਕੇ ਬਹੁਤ ਸਾਰੇ ਨੇ। ਡਿੱਗਰ ਵਾਲਾ ਤਰੀਕਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਹੱਥਾਂ ਨਾਲ, ਰੰਬੇ ਨਾਲ, ਯਾਨੀ ਮੈਨੂਅਲ ਲੇਬਰ ਨਾਲ ਪਟਾਈ ਵੀ ਕੀਤੀ ਜਾਂਦੀ ਹੈ। ਲੇਕਿਨ ਮੈਂ ਕ੍ਰੇਟ ਦੀ ਪਟਾਈ ਦੇ ਵਿੱਚ ਲੇਬਰ ਦੀ ਪਟਾਈ ਰਿਕਮੈਂਡ ਕਰਨਾ। ਯਾਨੀ ਤੁਹਾਡੀ ਜਿਹੜੀ ਪਟਾਈ ਉਹ ਰੰਬਿਆਂ ਨਾਲ ਹੋਣੀ ਚਾਹੀਦੀ, ਨਾਲੋਂ ਤੁਹਾਡੀ ਜਿਹੜੀ ਨਾ ਭਰਾਈ ਹੋਣੀ ਚਾਹੀਦੀ ਔਰ ਪਟਸਨ ਦੀਆਂ ਬੋਰੀਆਂ ਹੋਣੀਆਂ ਚਾਹੀਦੀਆਂ, ਦੂਸਰੀਆਂ ਬੋਰੀਆਂ ਨਹੀਂ। ਔਰ ਇਸ ਜਗ੍ਹਾ ਤੇ ਆ ਕੇ ਵੀ ਪਟਾਈ ਤੋਂ ਬਾਅਦ, ਕਲੈਕਸ਼ਨ ਤੋਂ ਬਾਅਦ, ਬੋਰੀਆਂ ਚ ਪਾਉਣ ਤੋਂ ਬਾਅਦ ਵੀ ਇੱਕ ਤਾਂ ਬਹੁਤ ਜ਼ਿਆਦਾ ਵਜ਼ਨ ਨਹੀਂ ਪਾਣਾ, ਠੀਕ ਹੈ, ਬਹੁਤ ਜ਼ਿਆਦਾ ਉਹਨੂੰ ਖਿੱਚ ਥਰੂ ਕਰਨ ਦੀ ਨਹੀਂ ਜ਼ਰੂਰਤ। ਬਹੁਤ ਜ਼ਿਆਦਾ ਵਜ਼ਨ ਹੋਏਗਾ ਤੇ ਜ਼ਾਹਿਰ ਹੈ ਉਹਨੂੰ ਖਿੱਚ ਥਰੂ ਹੋਏਗੀ, ਉਹਦੇ ਚ ਵੀ ਜਿਹੜਾ ਨਾ ਉਹ ਨੁਕਸਾਨ ਹੁੰਦਾ, ਖਦਸ਼ਾ ਹੁੰਦਾ ਸੱਟ ਲੱਗਣ ਦਾ। ਔਰ ਇਹ ਬੜਾ ਨਾਜ਼ੁਕ ਬੀਜ ਹੁੰਦਾ, ਇਹਨੂੰ ਜਿੱਥੇ ਥੋੜੀ ਬਹੁਤ ਸੱਟ ਲੱਗ ਜਾਏ ਉਹ ਸਟੋਰ 'ਚ ਜਾ ਕੇ ਖਰਾਬ ਹੋ ਜਾਂਦਾ। ਤੇ ਥੋੜਾ ਯਾਨੀ ਥੋੜੀ ਭਰਾਈ ਕਰਨੀ ਹੈ, ਕੋਈ 40-45 ਕਿਲੋ ਇੱਕ ਪਟਸਨ ਦੀ ਬੋਰੀ 'ਚ ਪੈਂਦਾ ਜਾਏ। ਉਸ ਤੋਂ ਬਾਅਦ ਸੂਰਜ ਦੀ ਰੋਸ਼ਨੀ ਨਿਕਲਣ ਤੋਂ ਪਹਿਲੇ ਉਹਨੂੰ ਜਿਹੜਾ ਨਾ ਟਰਾਲੀ ਤੇ ਲੋਡ ਕਰ ਲੈਣਾ ਹੈ ਔਰ ਲੋਡ ਕਰਨ ਤੋਂ ਬਾਅਦ ਤੁਸੀਂ ਉਹਨੂੰ ਕਿਸੇ ਸਾਇਆਦਾਰ ਜਗ੍ਹਾ ਤੇ ਆਰਾਮ ਨਾਲ ਕਲਟੀ ਕਰਨਾ ਹੈ। ਇਹ ਨਹੀਂ ਕਿ ਉੱਤੇ ਟਰਾਲੀ ਤੇ ਖੜੀ ਲੇਬਰ ਜਿਹੜੀ ਨਾ ਉੱਤੋਂ ਹੀ ਬੋਰੀਆਂ ਕਲਟੀ ਕੀਤੀ ਜਾਏ ਔਰ ਥੱਲੇ ਪਟਕ ਵੱਜਦੇ ਪਏ ਹੋਣ, ਇੱਕ ਦੂਜੇ ਨਾਲ ਵੱਜ ਕੇ ਹੀ ਉਹਨੂੰ ਸੱਟਾਂ ਲੱਗਦੀਆਂ ਪਈਆਂ ਹੋਣ। ਉਹਨੂੰ ਆਰਾਮ ਨਾਲ ਜਿਹੜਾ ਨਾ ਉਹ ਕਲਟੀ ਕਰਨਾ ਹੈ। ਕਲਟੀ ਕਰਨ ਤੋਂ ਬਾਅਦ ਸਾਏ ਦੇ ਵਿੱਚ ਬੈਠ ਕੇ, ਕੋਈ ਇੱਕ ਦਿਨ ਵੀ ਪਾ ਸਕਦੇ, ਕੋਈ ਮਸਲਾ ਨਹੀਂ, ਇੱਕ ਅੱਧਾ ਦਿਨ ਠਹਿਰ ਕੇ ਵੀ। ਲੇਕਿਨ ਅਗਰ ਤੁਸੀਂ 1-2 ਦਿਨ ਠਹਿਰਨਾ ਹੈ ਤਾਂ ਉਹਦੇ ਉੱਤੇ ਉਹਨੂੰ ਪਰਾਲੀ ਨਾਲ ਕਵਰ ਕਰਨਾ ਹੈ ਅੱਛੇ ਤਰੀਕੇ ਨਾਲ। ਲੇਕਿਨ ਅਗਰ ਇੱਕ ਦਿਨ ਨਹੀਂ ਠਹਿਰਦੇ, ਫੌਰਨ ਭਰਾਈ ਕਰ ਦਿਓ ਤਾਂ ਫਿਰ ਵੀ ਕੋਈ ਮਸਲਾ ਨਹੀਂ। ਉਹਦਾ ਜਿਹੜਾ ਭਰਾਈ ਦਾ ਟਾਈਮ ਹੈ ਉਹ ਵੀ ਤੁਹਾਡਾ ਠੰਡਾ ਟਾਈਮ ਹੀ ਹੋਣਾ ਚਾਹੀਦਾ। ਜ਼ਾਹਿਰ ਹੈ ਸਾਏ ਦੇ ਵਿੱਚ ਤੁਸੀਂ ਉਹ ਕਿਸੇ ਟਾਈਮ ਹੀ ਭਰਾਈ ਕਰ ਸਕਦੇ ਹੋ, ਕਿਉਂਕਿ ਸਾਏ 'ਚ ਉਹਨੂੰ ਕੋਈ ਮਸਲਾ ਨਹੀਂ, ਧੁੱਪ ਨਹੀਂ ਲੱਗ ਰਹੀ। ਜਿਹੜੀਆਂ ਤੁਸੀਂ ਜਾਲੀਆਂ ਭਰ ਰਹੇ ਹੋ, ਜਾਲੀ ਜਿਹੜੀ ਨਾ ਅਵਲ ਤਾਂ ਰਿਕਮੈਂਡ ਨਹੀਂ ਕਰਦਾ ਮੈਂ ਇਹਦੇ 'ਚ, ਖਾਸ ਤੌਰ ਤੇ ਬੋਰੀ 'ਚ ਹੀ ਭਰ ਕੇ ਰੱਖੋ। ਲੇਕਿਨ ਅਗਰ ਜਾਲੀ ਭਰਦੇ ਹੋ ਤੇ ਉਹ ਵੀ ਤੁਹਾਡੀ ਸਾਏ 'ਚ ਹੋਣੀ ਚਾਹੀਦੀ। ਔਰ ਲੋਡਿੰਗ ਜਿਹੜੀ ਤੁਹਾਡੀ ਉਹ ਸੈਕਿੰਡ ਟਾਈਮ ਸ਼ਾਮ ਦੇ ਕਰੀਬ ਜਾ ਕੇ ਲੋਡਿੰਗ ਹੋਏ ਔਰ ਉਸ ਟਾਈਮ ਤੁਹਾਡੀ ਗੱਡੀ ਜਿਹੜੀ ਨਾ ਸਟੋਰ ਜਾਏ ਔਰ ਰਾਤ ਦੇ ਵਿੱਚ ਹੀ, ਠੰਡੇ ਟਾਈਮ ਦੇ ਵਿੱਚ ਹੀ ਜਿਹੜੀ ਤੁਹਾਡੀ ਗੱਡੀ ਸਟੋਰ 'ਚ ਲੱਗ ਜਾਏ ਤੇ ਇਨਸ਼ਾਅੱਲਾ ਤਾਲਾ ਇਹਦੇ ਵਿੱਚ ਤੁਹਾਨੂੰ ਕਿਸੇ ਕਿਸਮ ਦਾ ਖਦਸ਼ੇ ਦਾ ਨੁਕਸਾਨ ਦਾ ਖਦਸ਼ਾ ਨਹੀਂ ਰਹੇਗਾ। ਔਰ ਇਸ ਤਰੀਕੇ ਨਾਲ ਆਪਣੇ ਕ੍ਰੇਟ ਦੀ ਫਸਲ ਸੰਭਾਲੋ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।